MA ਪ੍ਰੀਵੀਅਸ ਪੰਜਾਬੀ ਵਾਲੇ ਸਟੂਡੈਂਟਸ। ਬੇਟਾ ਅੱਜ ਜਿਹੜਾ ਅਸੀਂ ਆਪਣਾ ਟੌਪਿਕ ਕਰਨਾ ਹੈ ਉਹਦਾ ਨਾਮ ਹੈ ਸੰਰਚਨਾਵਾਦ। ਇਹਦੇ ਤੋਂ ਪਹਿਲਾਂ ਅਸੀਂ ਕਈ ਵਾਦ ਕਰ ਲਏ ਤੇ ਅੱਜ ਆਪਾਂ ਕਰਨਾ ਹੈ ਸੰਰਚਨਾਵਾਦ। ਵੈਸੇ ਇਹ ਸ਼ੁਰੂਆਤ ਨਹੀਂ ਹੈਗੀ ਕੁਐਸਚਨ ਦੀ, ਮੈਂ ਇਹ ਲਾਸਟ ਵਿੱਚੋਂ ਤੁਹਾਨੂੰ ਪਹਿਲਾਂ ਦਿਖਾ ਰਹੀ ਹੈਗੀ ਹਾਂ ਨੋਟਸ ਵਿੱਚੋਂ ਕਿ ਪੰਜਾਬੀ 'ਚ ਜੋ ਹੈ ਸੰਰਚਨਾਵਾਦੀ ਆਲੋਚਨਾ ਦੀ ਆਰੰਭਤਾ ਕਿਵੇਂ ਹੋਈ, ਕਿਉਂਕਿ ਸਾਰੇ ਬੱਚੇ ਜਿਹੜੇ ਨੇ ਉਹ ਲਾਸਟ ਤੱਕ ਵੀਡੀਓ ਨੂੰ ਨਹੀਂ ਦੇਖਦੇ, ਇਸ ਲਈ ਕਿਉਂਕਿ ਅਸੀਂ ਪੰਜਾਬੀ ਦੀ ਪੜ੍ਹਾਈ ਕਰ ਰਹੇ ਹਾਂ, ਪੰਜਾਬੀ MA ਕਰ ਰਹੇ ਹਾਂ, ਸਾਡੇ ਲਈ ਇਹ ਸਾਨੂੰ ਪਤਾ ਹੋਣਾ ਬੜਾ ਜ਼ਰੂਰੀ ਹੈ ਕਿ ਸੰਰਚਨਾਵਾਦੀ ਆਲੋਚਨਾ ਜੋ ਹੈ ਉਹ ਪੰਜਾਬੀ 'ਚ ਕਿਹਨੇ ਆਰੰਭ ਕੀਤੀ। ਦੇਖੋ ਬੇਟਾ ਇੱਥੋਂ ਦੀ ਦੇਖ ਕੇ ਫਿਰ ਅਸੀਂ ਸ਼ੁਰੂਆਤ ਵਿੱਚ ਚੱਲਦੇ ਹਾਂ। ਪੰਜਾਬੀ ਵਿੱਚ ਸੰਰਚਨਾਵਾਦੀ ਆਲੋਚਨਾ ਦੀ ਆਰੰਭਤਾ ਡਾਕਟਰ ਹਰਭਜਨ ਸਿੰਘ ਦੇ ਪ੍ਰਵੇਸ਼ ਨਾਲ 1970 ਵਿੱਚ ਡਾਕਟਰ ਤਰਲੋਕ ਸਿੰਘ ਕੰਵਰ, ਡਾਕਟਰ ਸਤਿੰਦਰ ਸਿੰਘ ਨੂਰ, ਇਹ ਸਾਰੇ ਜਿਹੜੇ ਵਿਦਵਾਨ ਸੀਗੇ ਇਹਨਾਂ ਦੇ ਸਹਿਯੋਗ ਨਾਲ ਸੰਰਚਨਾਵਾਦੀ ਆਲੋਚਨਾ ਦੀ ਆਰੰਭਤਾ ਹੋਈ। ਇਹਨਾਂ ਦੇ ਸਾਂਝੇ ਯਤਨਾਂ ਨਾਲ ਦਿੱਲੀ ਸਕੂਲ ਦੀ ਸਥਾਪਨਾ ਹੋਈ ਤੇ ਦਿੱਲੀ ਯੂਨੀਵਰਸਿਟੀ ਦੇ ਅਧਿਆਪਕ, ਇਹ ਸਾਰੇ ਜਿਹੜੇ ਵਿਦਵਾਨ ਸੀਗੇ ਦਿੱਲੀ ਯੂਨੀਵਰਸਿਟੀ 'ਚ ਅਧਿਆਪਕ ਸੀਗੇ। ਇਹਨਾਂ 'ਚੋਂ ਬਹੁਤੇ ਮਤਲਬ ਕਿ ਦਿੱਲੀ 'ਚ ਅਧਿਆਪਕ ਸੀਗੇ ਤੇ 31 ਫਰਵਰੀ ਨਾਂ ਦੀ ਇਹਨਾਂ ਨੇ ਇੱਕ ਮਾਸਿਕ ਪੱਤਰਿਕਾ ਜਿਹੜੀ ਹੈ ਉਹ ਆਰੰਭ ਕੀਤੀ ਸੀ। ਕੀ ਨਾਮ ਸੀ ਉਹਦਾ? 31 ਫਰਵਰੀ। ਵੈਸੇ 31 ਦੇਖੋ ਕੋਈ ਫਰਵਰੀ ਦੀ ਤਰੀਕ ਨਹੀਂ ਹੁੰਦੀ, ਪਰ ਇਹਨਾਂ ਨੇ ਸ਼ੁਰੂ ਕੀਤੀ ਸੀ ਪੱਤਰਿਕਾ। ਅਧਿਆਪਕੀ ਨਾਂ ਦੀ ਪੁਸਤਕ ਮਾਲਾ ਇੱਕ ਸ਼ੁਰੂ ਕੀਤੀ ਅਧਿਆਪਕੀ ਨਾਂ ਦੀ, ਪਰੰਤੂ ਜੋ ਹੈ ਦਿੱਲੀ ਸਕੂਲ ਦੀ ਖਿੱਚੋਤਾਣ ਕਾਰਨ ਬਹੁਤ ਸਾਰੇ ਉੱਥੇ ਮਤਭੇਦ ਪੈਦਾ ਹੋ ਗਏ ਫਿਰ, ਕਾਰਨ ਇਹ ਸਭ ਛੇਤੀ ਹੀ ਖਤਮ ਹੋ ਗਿਆ। ਮਤਲਬ 31 ਫਰਵਰੀ ਨਾਂ ਦੀ ਜਿਹੜੀ ਮਾਸਿਕ ਪੱਤਰਿਕਾ ਉਹ ਵੀ ਤੇ ਅਧਿਆਪਕੀ ਵੀ ਜਿਹੜੀ ਇਹ ਛੇਤੀ ਖਤਮ ਹੋ ਗਏ। ਤੇ ਇਹਦੇ 'ਚੋਂ ਆਪਾਂ ਜਦੋਂ ਗੱਲ ਕਰੀਏ ਕਿ ਕਿਹੜੇ ਕਿਹੜੇ ਵਿਦਵਾਨਾਂ ਨੇ ਕਿਹੜੀ ਪੁਸਤਕ ਲਿਖੀ ਸੰਰਚਨਾਵਾਦ ਦੇ ਸੰਬੰਧ ਵਿੱਚ, ਡਾਕਟਰ ਹਰਭਜਨ ਸਿੰਘ ਲਿਖਦੇ ਨੇ ਰੂਪਕੀ, ਡਾਕਟਰ ਤਰਲੋਕ ਸਿੰਘ ਕੰਵਰ ਲਿਖਦੇ ਨੇ ਪਾਠ ਤੇ ਪ੍ਰਸੰਗ, ਡਾਕਟਰ ਹਰਭਜਨ ਸਿੰਘ ਲਿਖਦੇ ਨੇ ਪਿਆਰ ਤੇ ਪਰਿਵਾਰ ਤੇ ਖਾਮੋਸ਼ੀ ਦਾ ਜਜ਼ੀਰਾ, ਤੇ ਡਾਕਟਰ ਸਤਿੰਦਰ ਸਿੰਘ ਨੂਰ ਲਿਖਦੇ ਨੇ ਨਵੀਂ ਪੰਜਾਬੀ ਆਲੋਚਨਾ। ਹੁਣ ਦੇਖਦੇ ਹਾਂ ਬੇਟਾ ਅਸੀਂ ਕੁਐਸਚਨ ਨੂੰ ਸ਼ੁਰੂ ਵਿੱਚੋਂ। ਦੇਖੋ ਬੇਟਾ ਜਿਹੜਾ ਸੰਰਚਨਾਵਾਦ ਹੈ ਅੰਗਰੇਜ਼ੀ 'ਚ ਇਹਨੂੰ ਕੀ ਕਿਹਾ ਜਾਂਦਾ ਹੈ? ਸਟਰਕਚਰਲਿਜ਼ਮ। ਅਤੇ ਇਹ ਜੋ ਹੈ ਮੂਲ ਧਾਤੂ ਸਟਰਕਚਰ ਤੋਂ ਬਣਿਆ ਹੈ, ਜੋ ਲੈਟਿਨ ਭਾਸ਼ਾ ਤੋਂ ਆਇਆ ਸ਼ਬਦ ਹੈ। ਲੈਟਿਨ ਭਾਸ਼ਾ ਤੋਂ ਆਇਆ ਸ਼ਬਦ ਹੈ ਤੇ ਜਿਹਦਾ ਮਤਲਬ ਹੁੰਦਾ ਹੈ ਟੂ ਬਿਲਡ, ਕੁਛ ਬਣਾਉਣਾ। ਠੀਕ ਹੈ ਨਾ, ਇਹ ਤੇ ਹੈ। ਇਹ ਵਰਡ ਨੂੰ ਆਪਾਂ ਕੀ ਬੋਲਦੇ ਹਾਂ ਅੰਗਰੇਜ਼ੀ 'ਚ। ਤੇ ਹੁਣ ਦੇਖੋ ਇੱਥੇ ਆ ਜਾਓ ਆਪਣਾ ਪਹਿਲੇ ਪੇਜ ਤੇ। ਸੰਰਚਨਾਵਾਦੀਆਂ ਦਾ ਸੰਰਚਨਾ ਦਾ ਸੰਕਲਪ ਇਸ ਆਦਰਸ਼ਵਾਦੀ ਧਾਰਨਾ ਉੱਤੇ ਆਧਾਰਿਤ ਹੈ ਕਿ ਹਰ ਇੱਕ ਸੰਰਚਨਾ ਦਾ ਦੇਖੋ ਨਾਲ ਹੀ ਬ੍ਰੈਕਟ 'ਚ ਮੀਨਿੰਗ ਲਿਖਿਆ ਵਸਤੂ ਜਾਂ ਵਰਤਾਰਾ, ਕਿ ਹਰ ਇੱਕ ਸੰਰਚਨਾ ਜਾਂ ਵਸਤੂ ਹੋਏ ਜਾਂ ਕੋਈ ਵਰਤਾਰਾ ਹੋਏ ਆਪਣੇ ਆਪ ਹੀ ਸੁਤੰਤਰ, ਖੁਦ ਮੁਖਤਿਆਰ ਅਤੇ ਸੰਪੂਰਨ ਹੁੰਦਾ ਹੈ। ਜੋ ਵੀ ਸਾਨੂੰ ਦਿਸ ਰਿਹਾ ਹੈ ਵਸਤੂ ਹੈ, ਜੋ ਕੋਈ ਕੰਟੈਂਟ ਹੈ, ਚਾਹੇ ਕੋਈ ਵਰਤਾਰਾ ਹੈ, ਉਹ ਆਪਣੇ ਆਪ ਹੀ ਵਿੱਚ ਉਹਦੀ ਕੋਈ ਨਾ ਕੋਈ ਹੋਂਦ ਹੁੰਦੀ ਹੈ ਤੇ ਉਹ ਆਪਣੇ ਆਪ ਵਿੱਚ ਸੰਪੂਰਨ ਹੁੰਦਾ ਹੈ। ਉਸ ਦਾ ਦੂਜੀਆਂ ਸੰਰਚਨਾਵਾਂ ਨਾਲ ਕੋਈ ਵਿਰੋਧ ਜਾਂ ਸੰਬੰਧ ਨਹੀਂ ਹੁੰਦਾ। ਇਹਦੇ 'ਚ ਭਾਵੇਂ ਤੁਸੀਂ ਲਿਟਰੇਚਰ ਨੂੰ ਲੈ ਲਓ ਕਿ ਕੋਈ ਵੀ ਜਿਹੜੀਆਂ ਰਚਨਾਵਾਂ ਹੁੰਦੀਆਂ ਨੇ ਉਹਨਾਂ ਦਾ ਆਪਸ ਵਿੱਚ ਸਭ ਆਪਣੇ ਆਪ ਵਿੱਚ ਖੁਦ ਮੁਖਤਿਆਰ ਹੁੰਦੀਆਂ ਨੇ ਤੇ ਸੰਪੂਰਨ ਹੁੰਦੀਆਂ ਨੇ। ਤੇ ਭਾਵੇਂ ਤੁਸੀਂ ਇੱਕ ਸੌਖਾ ਜਿਹਾ ਐਗਜ਼ਾਮਪਲ ਆਪਣਾ ਸਾਰੇ ਬੰਦਿਆਂ ਦਾ ਲੈ ਲਓ ਕਿ ਆਪਾਂ ਜਿਹੜੇ ਸਾਰੇ ਇਨਸਾਨ ਹੈਗੇ ਆ ਆਪਣੇ ਆਪ ਵਿੱਚ ਅਸੀਂ ਸੰਪੂਰਨ ਹੁੰਦੇ ਹਾਂ ਤੇ ਅਸੀਂ ਜੋ ਹੈ ਖੁਦ ਮੁਖਤਿਆਰ ਵੀ ਹੁੰਦੇ ਹਾਂ। ਤੇ ਜਿਹੜੇ ਦੂਜੇ ਬੰਦੇ ਹੁੰਦੇ ਨੇ ਉਹਨਾਂ ਨਾਲ ਸਾਡਾ ਜੋ ਹੈ ਕੋਈ ਵਿਰੋਧ ਨਹੀਂ, ਕੋਈ ਵਿਚਾਰਾਂ ਦਾ ਕੋਈ ਵਿਰੋਧ ਹੋ ਸਕਦਾ, ਪਰ ਉਂਝ ਸੰਰਚਨਾ ਕਰਕੇ ਸਾਡਾ ਜੋ ਹੈ ਕੋਈ ਵਿਰੋਧ ਨਹੀਂ ਹੁੰਦਾ ਕਿਸੇ ਨਾਲ। ਇਹ ਸਿਰਫ ਸਮਝਣ ਵਾਲੀ ਗੱਲ ਹੈ ਬੇਟਾ, ਤੁਸੀਂ ਲਿਖਣੀ ਨਹੀਂ। ਲਿਖਣਾ ਸਿਰਫ ਇਹ ਹੈ ਜੋ ਤੁਹਾਨੂੰ ਪੜ੍ਹ ਕੇ ਸੁਣਾਇਆ ਹੈ। ਇਹ ਉਪਰੋਕਤ ਵਿਚਾਰਧਾਰਾ ਸੰਰਚਨਾਵਾਦੀਆਂ ਨੇ ਕਾਂਤ ਦੇ ਆਦਰਸ਼ਵਾਦੀ ਦਰਸ਼ਨ ਦੀ ਧਾਰਨਾ ਨੂੰ ਆਧਾਰ ਬਣਾ ਕੇ ਪੇਸ਼ ਕੀਤੀ। ਜਿਹੜੀ ਉਪਰੋਕਤ ਵਿਚਾਰਧਾਰਾ ਹੈ ਇਹ ਸੰਰਚਨਾਵਾਦੀ ਵਿਚਾਰਧਾਰਕਾਂ ਨੇ, ਸੰਰਚਨਾਵਾਦੀ ਵਿਦਵਾਨਾਂ ਨੇ ਜੋ ਹੈ ਕਾਂਤ ਦੇ ਆਦਰਸ਼ਵਾਦੀ ਦਰਸ਼ਨ ਦੀ ਧਾਰਨਾ ਨੂੰ ਆਧਾਰ ਬਣਾ ਕੇ ਪੇਸ਼ ਕੀਤੀ, ਜਿਸ ਤੋਂ ਇਹ ਵਿਚਾਰਧਾਰਾ ਨਿਕਲਦੀ ਹੈ ਕਿ ਹਰ ਇੱਕ ਸਾਹਿਤਕ ਰਚਨਾ ਵੀ ਆਪਣੇ ਆਪ ਵਿੱਚ ਸੰਪੂਰਨ ਅਤੇ ਖੁਦ ਮੁਖਤਿਆਰ ਹੁੰਦੀ ਹੈ। ਹੁਣ ਇੱਥੇ ਆ ਗਈ ਉਹ ਵਾਲੀ ਗੱਲ ਜਿਹੜੀ ਆਪਾਂ ਉੱਪਰ ਐਗਜ਼ਾਮਪਲ ਵਿੱਚ ਕਰ ਰਹੇ ਸੀਗੇ। ਸਾਹਿਤਕ ਉਹਦੇ 'ਚ ਮਤਲਬ ਕਿ ਇੱਕ ਲਿਖਣ ਬੋਲਣ ਵਾਲੀ ਜਿਹੜੀ ਭਾਸ਼ਾ ਹੁੰਦੀ ਹੈ ਦੇਖੋ ਬੇਟਾ ਉਹ ਵੱਖਰੀ ਹੁੰਦੀ ਹੈ
ਬੋਲਚਾਲ ਵਾਲੀ ਭਾਸ਼ਾ ਵੱਖਰੀ ਹੁੰਦੀ ਹੈ ਅਤੇ ਲਿਖਣ ਵਾਲੀ ਭਾਸ਼ਾ ਜੋ ਹੈ ਸਾਹਿਤਕ ਲੈਂਗੁਏਜ ਜਿਹਨੂੰ ਕਿਹਾ ਜਾਂਦਾ ਉਹ ਵੱਖਰੀ ਹੁੰਦੀ ਹੈ। ਇੱਥੇ ਜੋ ਹੈ ਉਹੀ ਗੱਲ ਜੋ ਆਪਾਂ ਬੋਲ ਕੇ ਕਰ ਰਹੇ ਸੀ ਇੱਥੇ ਰਿਟਨ ਵਿੱਚ ਆ ਗਈ ਕਿ ਹਰ ਇੱਕ ਜਿਹੜੀ ਸਾਹਿਤਕ ਰਚਨਾ ਹੁੰਦੀ ਹੈ ਉਹ ਆਪਣੇ ਆਪ ਵਿੱਚ ਸੰਪੂਰਨ, ਸੁਤੰਤਰ ਅਤੇ ਖੁਦ ਮੁਖਤਿਆਰ ਹੁੰਦੀ ਹੈ ਅਤੇ ਉਹਦਾ ਜੋ ਹੈ ਹੋਰ ਦੂਜੀਆਂ ਸਾਹਿਤਕ ਰਚਨਾਵਾਂ ਜਾਂ ਸਾਹਿਤਕ ਪਰੰਪਰਾਵਾਂ ਨਾਲ, ਜਿਹੜੀਆਂ ਵੀ ਸਾਹਿਤ ਦੀਆਂ ਪਰੰਪਰਾਵਾਂ ਤੁਰੀਆਂ ਆ ਰਹੀਆਂ ਨੇ, ਦੇਖੋ ਚਾਹੇ ਉਹ ਸੂਫੀ ਕਾਵਤਾਰਾ ਹੈ, ਚਾਹੇ ਉਹ ਮੱਧਕਾਲੀ, ਚਾਹੇ ਉਹ ਗੁਰਮਤਿ ਕਾਵਤਾਰਾ ਹੈ, ਕਿੱਸਾ ਕਾਵਤਾਰਾ, ਵਾਰ ਕਾਵਤਾਰਾ, ਇਹਨਾਂ ਦਾ ਆਪਸ ਵਿੱਚ ਇੱਕ ਦੂਜੇ ਨਾਲ ਕੋਈ ਵਿਰੋਧ ਨਹੀਂ ਹੈ। ਸਾਹਿਤ ਦੀਆਂ ਜਿਹੜੀਆਂ ਵੀ ਪਰੰਪਰਾਵਾਂ ਤੁਰੀਆਂ ਆਉਂਦੀਆਂ ਨੇ ਨਾ ਕਿ ਕਿਸ ਹਿਸਾਬ ਨਾਲ ਲਿਟਰੇਚਰ ਲਿਖਣਾ ਹੈ, ਉਹਨਾਂ ਦਾ ਜੋ ਹੈ ਹੋਰ ਸਾਹਿਤਕ ਰਚਨਾਵਾਂ ਜਾਂ ਸਾਹਿਤਕ ਪਰੰਪਰਾਵਾਂ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ। ਇਸ ਲਈ ਕਿਸੇ ਵੀ ਸਾਹਿਤਕ ਰਚਨਾ ਦਾ ਅਧਿਐਨ ਕਰਨ ਸਮੇਂ ਆਲੋਚਕ ਨੂੰ ਉਸ ਰਚਨਾ ਤੱਕ ਹੀ ਸੀਮਿਤ ਰਹਿਣਾ ਚਾਹੀਦਾ ਹੈ। ਮਤਲਬ ਕਿ ਸੰਰਚਨਾਵਾਦੀਆਂ ਦਾ ਵਿਚਾਰ ਹੈ ਕਿ ਦੂਜੀਆਂ ਰਚਨਾਵਾਂ ਨਾਲ ਉਹਨਾਂ ਦਾ ਕੰਪੈਰੀਜ਼ਨ ਨਾ ਕਰੇ, ਫਿਰ ਕਿ ਬਸ ਜਿਹੜੀ ਰਚਨਾ ਉਹ ਪੜ੍ਹ ਰਿਹਾ ਹੈ ਉਹ ਉਸੇ ਤੱਕ ਜੋ ਹੈ ਸੀਮਿਤ ਰਹੇ। ਆਲੋਚਕ ਦਾ ਧਿਆਨ ਰਚਨਾ ਦੇ ਪਾਠ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਜੇਕਰ ਕੋਈ, ਜਿਵੇਂ ਸੰਤ ਸਿੰਘ ਸ਼ੇਖੋਂ ਮੰਨਿਆ, ਕੋਈ ਆਲੋਚਨਾ ਕਰ ਰਹੇ ਨੇ, ਵਾਰਿਸ ਦੇ ਕਿੱਸੇ ਦੀ ਕਰ ਰਹੇ ਨੇ, ਜਾਂ ਹੋਰ ਉਹਨਾਂ ਨੇ ਸੂਫੀ ਪੋਇਟਰੀ ਦੀ ਕਰ ਰਹੇ ਨੇ, ਜਾਂ ਕੋਈ ਵੀ ਕਰ ਰਹੇ ਨੇ, ਕਿ ਉਹਨਾਂ ਦਾ ਧਿਆਨ ਨਾ, ਮਤਲਬ ਕਿ ਜੇਕਰ ਕੋਈ ਆਲੋਚਨਾ ਕਰ ਰਿਹਾ ਉਹਦਾ ਧਿਆਨ ਉਸੇ ਰਚਨਾ ਪਾਠ 'ਤੇ ਹੋਣਾ ਚਾਹੀਦਾ ਜਿਹੜੇ ਨੂੰ, ਜਿਸ ਦੀ ਉਹ ਆਲੋਚਨਾ ਕਰ ਰਿਹਾ। ਸਾਹਿਤ ਅਧਿਐਨ ਦੀ ਇਹ ਵਿਧੀ ਆਲੋਚਨਾ ਨੂੰ ਪਾਠ ਕੇਂਦਰਿਤ ਬਣਾਉਂਦੀ ਹੈ। ਮਤਲਬ ਕਿ ਕਿਹੜੀ ਸਾਹਿਤ ਅਧਿਐਨ ਦੀ ਵਿਧੀ? ਸੰਰਚਨਾਵਾਦ ਜੋ ਹੈ ਉਹ ਸਾਨੂੰ ਐਵੇਂ ਬਣਾਉਂਦੀ ਹੈ ਕਿ ਬਸ ਉਸੇ ਰਚਨਾ ਵੱਲ ਵੇਖੋ ਜਿਹਦੀ ਤੁਸੀਂ ਆਲੋਚਨਾ ਕਰ ਰਹੇ ਹੋ, ਬਾਕੀਆਂ ਰਚਨਾਵਾਂ ਵੱਲ ਨਾ ਵੇਖੋ। ਜਿਵੇਂ ਬੇਟਾ ਘੋੜੇ ਦੇ ਅੱਖਾਂ 'ਤੇ ਨਹੀਂ ਲਗਾਏ ਜਾਂਦੇ, ਉਹ ਤੁਸੀਂ ਦੇਖਿਆ ਹੋਏ ਕਦੇ ਟਾਂਗਾ ਤੁਰਦਾ ਹੋਇਆ ਉਹਦੀਆਂ ਅੱਖਾਂ 'ਤੇ ਲਗਾਏ ਜਾਂਦੇ ਨੇ ਕਿ ਘੋੜਾ ਸਾਈਡਾਂ 'ਤੇ ਨਾ ਦੇਖੇ, ਬਸ ਉਹ ਸਿੱਧਾ ਅੱਗੇ ਦੇਖਦਾ ਤੁਰਦਾ ਜਾਏ। ਇਹੀਓ ਜੋ ਹੈ ਸੰਰਚਨਾਵਾਦੀ ਲਗਾਉਂਦੇ ਨੇ ਕਿ ਤੁਸੀਂ ਜੋ ਹੈ ਦੂਜੀਆਂ ਰਚਨਾਵਾਂ ਵੱਲ ਉਸ ਵੇਲੇ ਨਹੀਂ ਵੇਖਣਾ ਜਦੋਂ ਤੁਸੀਂ ਆਲੋਚਨਾ ਕਰ ਰਹੇ ਹੋ। ਅਤੇ ਸਾਹਿਤ ਅਧਿਐਨ ਸਮੇਂ ਗੈਰ ਸਾਹਿਤਕ ਤੱਥਾਂ ਤੋਂ ਸੁਚੇਤ ਰਹਿਣ ਦਾ ਵੀ ਇਹ ਸੰਕੇਤ ਕਰਦੇ ਨੇ ਸੰਰਚਨਾਵਾਦੀ, ਕਿ ਜਿਹੜੇ ਅਜਿਹੇ ਤੱਥ ਜਿਨ੍ਹਾਂ ਦੀ ਸਾਹਿਤ ਵਿੱਚ ਕੋਈ ਵੈਲਿਊ ਨਹੀਂ ਹੁੰਦੀ, ਉਹਨਾਂ ਨੂੰ ਵੀ ਜੋ ਹੈ ਚਰਚਾ ਦਾ ਆਧਾਰ ਬਣਾਉਣ ਦੀ ਲੋੜ ਨਹੀਂ ਹੋਣੀ ਚਾਹੀਦੀ। ਹੁਣ ਅਸੀਂ ਵੇਖ ਲਈਏ ਬੇਟਾ ਕਿ ਜਿਹੜਾ ਵਰਡ ਹੈ ਨਾ, ਸੰਰਚਨਾਵਾਦ ਜੋ ਹੈ ਉਹਦੇ 'ਚ ਕੀ ਮੰਨਦੇ ਨੇ ਕਿ ਸੰਰਚਨਾਵਾਦੀ ਕੀ ਕਰਨਾ ਚਾਹੀਦਾ ਉਹਨਾਂ ਨੇ? ਸੰਰਚਨਾ ਪਲੱਸ ਪਾਠ ਪਲੱਸ ਪ੍ਰਵਚਨ। ਹੁਣ ਪਾਠ 'ਤੇ ਦੇਖੋ ਕੀ ਹੁੰਦਾ ਹੈ ਕਿ ਕਿਸੇ ਰਚਨਾ ਦਾ ਸੰਪੂਰਨ ਅਧਿਐਨ ਕਰਨ ਨੂੰ ਪਾਠ ਕਿਹਾ ਜਾਂਦਾ ਹੈ, ਕਿ ਰਚਨਾ ਵਿੱਚ ਅੰਤਰ ਸੰਬੰਧਾਂ ਦੇ ਨਵੇਂ ਪੈਟਰਨ ਸਿਰਜਣਾ, ਉਹਦਾ ਪਾਠ ਕਰਕੇ ਉਸ ਰਚਨਾ ਦਾ। ਜਦੋਂ ਇੱਕ ਅਰਥ ਆਪਣੇ ਵਿੱਚੋਂ ਹੋਰਨਾਂ ਅਰਥਾਂ ਨੂੰ ਵੀ ਜਨਮ ਦਿੰਦਾ ਹੈ ਉਹਨੂੰ ਜੋ ਹੈ ਪਾਠ ਕਿਹਾ ਜਾਂਦਾ ਹੈ। ਅਤੇ ਪ੍ਰਵਚਨ ਕੀ ਹੁੰਦਾ ਹੈ? ਪ੍ਰਵਚਨ ਕਿਹਾ ਜਾਂਦਾ ਹੈ, ਪ੍ਰਵਚਨ ਨੂੰ ਡਿਸਕੋਰਸ ਕਿਹਾ ਜਾਂਦਾ ਹੈ ਅੰਗਰੇਜ਼ੀ 'ਚ। ਕੀ ਕਿਹਾ ਜਾਂਦਾ ਹੈ ਪ੍ਰਵਚਨ ਨੂੰ? ਡਿਸਕੋਰਸ। ਜਾਂ ਪ੍ਰਵਚਨ ਤੋਂ ਭਾਵ ਹੁੰਦਾ ਹੈ ਵਿਚਾਰ, ਪ੍ਰਵਿਰਤੀ ਅਤੇ ਧਾਰਨਾਵਾਂ। ਕੀ ਭਾਵ ਹੁੰਦਾ ਹੈ ਡਿਸਕੋਰਸ ਤੋਂ? ਵਿਚਾਰ, ਕੋਈ ਪ੍ਰਵਿਰਤੀ, ਕਿਹੜੀ ਪ੍ਰਵਿਰਤੀ ਨੂੰ ਧਿਆਨ ਵਿੱਚ ਰੱਖ ਕੇ ਲਿਖੀ ਗਈ ਹੈ ਰਚਨਾ, ਕਿਹੜੇ ਭਾਵਾਂ ਨੂੰ, ਕਿਹੜੇ ਵਿਚਾਰਾਂ ਨੂੰ, ਇਹਨੂੰ ਜੋ ਹੈ ਪ੍ਰਵਚਨ ਕਿਹਾ ਜਾਂਦਾ ਹੈ। ਜਦੋਂ ਵੀ ਕੋਈ ਆਲੋਚਕ ਸੰਰਚਨਾਵਾਦੀ ਆਲੋਚਨਾ ਪ੍ਰਣਾਲੀ ਨੂੰ ਅਪਣਾਉਂਦਾ ਹੈ, ਸੰਰਚਨਾਵਾਦੀ ਆਲੋਚਨਾ ਪ੍ਰਣਾਲੀ ਨੂੰ ਅਪਣਾਉਂਦਾ ਹੈ ਤਾਂ ਉਸ ਨੂੰ ਇਹਨਾਂ ਤਿੰਨਾਂ ਦਾ ਪੱਲਾ ਫੜਨਾ ਪੈਂਦਾ। ਕਿਹਦਾ? ਸੰਰਚਨਾ ਦਾ, ਪਾਠ ਦਾ ਅਤੇ ਪ੍ਰਵਚਨ ਦਾ। ਹੁਣ ਸੰਰਚਨਾ ਸ਼ਬਦ ਜੋ ਹੈ ਨਾ ਉਹ ਅੰਗਰੇਜ਼ੀ ਦੇ ਸ਼ਬਦ ਸਟਰਕਚਰ ਦਾ ਅਨੁਵਾਦਿਤ ਸ਼ਬਦ ਹੈ। ਇਹ ਆਪਾਂ ਪਹਿਲਾਂ ਬੋਲ ਕੇ ਗੱਲ ਕਰ ਵੀ ਲਈ ਹੈ। ਅਤੇ ਸੰਰਚਨਾ ਜੋ ਹੈ, ਸੰਰਚਨਾ ਵਸਤੂ ਨਹੀਂ ਹੁੰਦੀ, ਸਗੋਂ ਉਸ ਦਾ ਇੱਕ ਪਾਰਟ ਹੁੰਦੀ ਹੈ। ਸੰਰਚਨਾ ਜੋ ਹੈ ਉਹ ਪੂਰੀ ਵਸਤੂ ਨਹੀਂ ਹੁੰਦੀ, ਸਗੋਂ ਜੋ ਹੈ ਉਹਦਾ ਇੱਕ ਪਾਰਟ ਹੁੰਦੀ ਹੈ। ਇਸ ਸੰਰਚਨਾ ਸ਼ਬਦ ਦਾ ਬੋਧ ਜੋ ਹੈ, ਸੰਰਚਨਾ ਸ਼ਬਦ ਦਾ ਬੋਧ ਅਰਸਤੂ ਦੇ ਯੁੱਗ ਤੋਂ ਲੈ ਕੇ ਹੁਣ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਹੁੰਦਾ ਰਿਹਾ। ਕਦੋਂ ਤੋਂ ਲੈ ਕੇ? ਅਰਸਤੂ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਹੁੰਦਾ ਰਿਹਾ। ਵੱਖ-ਵੱਖ ਯੁੱਗਾਂ ਵਿੱਚ ਇਹਦੀ ਧਾਰਨਾ ਜਿਹੜੀ ਹੈ ਉਹ ਵੱਖ-ਵੱਖ ਰਹੀ ਹੈ। ਮਤਲਬ ਕਿ ਇਹ ਚਲਦੀ ਰਹੀ ਪਰ ਇਹਦੀ ਜਿਹੜੀ ਧਾਰਨਾ ਹੈ ਉਹ ਵੱਖ-ਵੱਖ ਰਹੀ। ਸੰਰਚਨਾਵਾਦ ਸ਼ਬਦ ਵਿੱਚ ਸੰਰਚਨਾ ਦੀ ਧਾਰਨਾ ਸਾਸੂਰ ਤੋਂ ਗ੍ਰਹਿਣ ਕੀਤੀ ਗਈ। ਹੁਣ ਦੋ ਵਿਦਵਾਨ ਤੁਸੀਂ ਜਾਣਦੇ ਹੋ ਆਪਣੇ ਭਾਸ਼ਾ ਵਿਗਿਆਨ ਵਾਲੇ ਪੇਪਰ ਵਿੱਚ ਅਤੇ ਆਪਣੇ ਆਲੋਚਨਾ ਵਾਲੇ ਪੇਪਰ ਵਿੱਚ। ਇਹਨਾਂ ਦੇ ਨਾਮ ਬੜੇ ਚੱਲਦੇ ਨੇ, ਇੱਕ ਅਰਸਤੂ ਦਾ ਅਤੇ ਇੱਕ ਸਾਸੂਰ ਦਾ।
ਦੋਵੇਂ ਇਹਦੇ ਦੋਵਾਂ ਦੇ ਸਮੇਂ ਤੋਂ ਲੈ ਕੇ ਜੋ ਹੈ ਇਹ ਗੱਲ ਚੱਲ ਰਹੀ ਹੈ। ਮਤਲਬ ਕਿ ਸੰਰਚਨਾਵਾਦ ਸ਼ਬਦ ਦੀ ਸੰਰਚਨਾ ਦੀ ਧਾਰਨਾ ਸਾਸੂਰ ਤੋਂ ਗ੍ਰਹਿਣ ਕੀਤੀ ਗਈ। ਮਤਲਬ ਕਿ ਇਹਨੂੰ ਜੋ ਹੈ ਕਿਹਨੇ ਬਲ ਦਿੱਤਾ? ਸਾਸੂਰ ਨੇ। ਜਿੱਥੇ ਇਸ ਨੂੰ ਭਾਸ਼ਾ ਦੇ ਵੱਖ-ਵੱਖ ਤੱਤਾਂ, ਸਾਸੂਰ ਕਿਵੇਂ ਗੱਲ ਕਰਦਾ ਇਹਦੀ, ਚਿੰਨ੍ਹ, ਚਿਹਨਕ ਅਤੇ ਚਿਹਨਤ ਨਾਲ ਜੋੜਿਆ ਜਾਂਦਾ ਹੈ। ਸਾਸੂਰ ਦੇ ਨੇ ਜਿਹੜਾ ਸੰਰਚਨਾਵਾਦ ਦੀ ਗੱਲ ਕੀਤੀ ਉਹ ਚਿੰਨ੍ਹ, ਚਿਹਨਕ ਤੇ ਚਿਹਨਤ ਨਾਲ ਜੋੜਦਾ ਹੈ, ਧੁਨੀ ਵਿਗਿਆਨ ਵਾਲੇ, ਜਿਸ ਦੇ ਆਧਾਰ ਉੱਤੇ ਭਾਸ਼ਾ ਬੋਲੀ ਅਤੇ ਸਮਝੀ ਜਾਂਦੀ ਹੈ। ਇਹਨਾਂ ਦੇ ਆਧਾਰ ਉੱਤੇ ਨਾ ਚਿੰਨ੍ਹ, ਚਿਹਨਕ ਤੇ ਚਿਹਨਤ ਦੇ ਆਧਾਰ ਉੱਤੇ ਭਾਸ਼ਾ ਜੋ ਹੈ ਉਹ ਬੋਲੀ ਅਤੇ ਸਮਝੀ ਜਾਂਦੀ ਹੈ। ਹੁਣ ਜੋ ਹੈ ਚਿੰਨ੍ਹ ਪਤਾ ਕੀ ਹੁੰਦੇ ਨੇ ਬੇਟਾ? ਚਿੰਨ੍ਹ ਹੁੰਦੇ ਨੇ ਜਿਹੜੇ ਤੁਹਾਡੇ ਜਿਵੇਂ ਤੁਸੀਂ ਊੜਾ ਆੜਾ ਲਿਖਿਆ ਜਾਂ ABC ਲਿਖੀ ਜਾਂ ਤੁਸੀਂ ਛੋਟਾ ਵੱਡਾ ਲਿਖਿਆ, ਕੁਛ ਵੀ ਲਿਖਿਆ, ਉਹਦੇ ਜਿਹੜੇ ਤੁਸੀਂ ਅੱਖਰ ਪਾ ਰਹੇ ਹੋ ਨਾ ਉਹਨਾਂ ਨੂੰ ਚਿੰਨ੍ਹ ਕਿਹਾ ਜਾਂਦਾ। ਸਾਸੂਰ ਉਹਨਾਂ ਨੂੰ ਚਿੰਨ੍ਹ ਬੋਲਦਾ। ਉਹ ਚਿੰਨ੍ਹ ਕਿਉਂ ਨੇ? ਕਿਉਂਕਿ ਦੇਖੋ ਤੁਸੀਂ ਤੇ ਪੜ੍ਹੇ ਲਿਖੇ ਬੱਚੇ ਹੈਗੇ ਹੋ, ਤੁਸੀਂ ਪੜ੍ਹੇ ਲਿਖੇ ਬੱਚੇ ਹੋ, ਤੁਹਾਨੂੰ ਪਤਾ ਹੈ A ਲਿਖਿਆ, B ਲਿਖਿਆ, C ਲਿਖਿਆ, D ਲਿਖਿਆ। ਪਰ ਜਿਹੜਾ ਅਨਪੜ੍ਹ ਬੰਦਾ ਹੋਏਗਾ ਨਾ ਉਹਦੇ ਲਈ ਤੇ ਉਹ ਚਿੰਨ੍ਹ ਨੇ ਨਾ, ਕਿ ਕੁਝ ਬਸ ਐਵੇਂ ਕਰਕੇ ਆਕ੍ਰਿਤੀਆਂ ਬਣਾਈਆਂ ਹੋਈਆਂ ਨੇ, ਉਹਨਾਂ ਨੂੰ ਚਿੰਨ੍ਹ ਕਿਹਾ ਜਾਂਦਾ। ਤੇ ਚਿਹਨਕ ਹੁੰਦਾ ਜਦੋਂ ਉਹਦਾ ਜੋ ਹੈ ਉਹਦਾ ਜੋ ਹੈ ਕੁਝ ਮੀਨਿੰਗ ਕੱਢ ਲਿਆ ਜਾਂਦਾ, ਮਤਲਬ ਕਿ ਕੋਈ ਉਹਦੇ ਤੋਂ ਕੋਈ ਸ਼ਬਦ ਬਣਾ ਲਿਆ ਜਾਂਦਾ। ਤੇ ਚਿਹਨਤ ਮੀਨਸ ਚਿੱਤਰ। ਜਦੋਂ ਮੈਂ ਬੋਲਿਆ ਹਾਥੀ, ਉਹ ਤੇ ਜਿਵੇਂ ਪਹਿਲਾਂ ਤੇ ਜਦੋਂ ਅਸੀਂ ਹਾਥੀ ਲਿਖਿਆ ਹਾ ਕੰਨਾ ਥੱਥਾ ਬਿਹਾਰੀ, ਹਾਥੀ ਲਿਖਿਆ ਉਹ ਤੇ ਹੈ ਚਿਹਨਕ, ਤੇ ਚਿੰਨ੍ਹ ਸੀ ਗਿਆ ਜਿਹੜਾ ਉਹ ਦਿਖ ਰਿਹਾ, ਮਤਲਬ ਕਿ ਉਹ ਹਾਥੀ ਲਿਖਿਆ ਦਿਖ ਰਿਹਾ ਹੈ। ਤੇ ਚਿਹਨਤ ਹੁੰਦਾ ਹਾਥੀ ਦੀ ਜਦੋਂ ਫੋਟੋ ਸਾਡੇ ਦਿਮਾਗ ਵਿੱਚ ਬਣ ਗਈ ਨਾ ਉਹਨੂੰ ਚਿਹਨਤ ਕਿਹਾ ਜਾਂਦਾ। ਚਿਹਨਤ ਦਾ ਸੰਬੰਧ ਜੋ ਹੈ ਚਿੱਤਰ ਨਾਲ ਹੁੰਦਾ, ਕਿ ਕੋਈ ਵੀ ਜੋ ਅਸੀਂ ਕੋਈ ਸ਼ਬਦ ਸੁਣਿਆ ਉਹਦੀ ਜਦੋਂ ਸਾਡੇ ਦਿਮਾਗ ਵਿੱਚ ਪਿਕਚਰ ਬਣ ਗਈ ਨਾ, ਕਿਸੇ ਨੇ ਕਿਹਾ ਸਮੁੰਦਰੀ ਜਹਾਜ਼, ਉਹਦੀ ਜਦੋਂ ਪਿਕਚਰ ਬਣ ਗਈ ਸਾਡੇ ਦਿਮਾਗ ਵਿੱਚ ਉਹਨੂੰ ਚਿਹਨਤ ਕਿਹਾ ਜਾਂਦਾ, ਜਿਸ ਦੇ ਆਧਾਰ ਉੱਤੇ ਭਾਸ਼ਾ ਜਿਹੜੀ ਹੈ ਬੋਲੀ ਅਤੇ ਸਮਝੀ ਜਾਂਦੀ ਹੈ। ਮਤਲਬ ਕਿ ਇਹਨਾਂ ਤਿੰਨਾਂ ਦੇ ਆਧਾਰ ਉੱਤੇ ਅਗਲੇ ਸਾਲ ਤੁਸੀਂ ਜੋ ਹੈ ਸਾਸੂਰ ਵਾਲਾ ਪੂਰਾ ਟੋਪਿਕ ਕਰੋਗੇ, ਉਸ ਵੇਲੇ ਤੁਹਾਨੂੰ ਇਹ ਬਹੁਤ ਅੱਛੀ ਤਰ੍ਹਾਂ ਸਮਝ ਆ ਜਾਏਗਾ। ਤੇ ਇੱਕ ਗੱਲ ਆਪਾਂ ਇੱਥੇ ਹੋਰ ਕਰ ਲਈ ਕਿ ਸੰਰਚਨਾਵਾਦ ਜੋ ਹੈ ਨਾ, ਇਹ ਸ਼ਬਦ ਦੀ ਸਭ ਤੋਂ ਪਹਿਲਾਂ ਜੇਕਰ ਵਰਤੋਂ ਕੀਤੀ ਗਈ ਨਾ 1935 'ਚ ਪ੍ਰਾਗ ਵਿੱਚ ਹੋਈ ਹੈ। ਇਹਦੀ ਵਰਤੋਂ ਸਭ ਤੋਂ ਪਹਿਲਾਂ ਪ੍ਰਾਗ ਵਿੱਚ 1935 'ਚ। ਰੂਪਵਾਦੀ ਆਲੋਚਕ ਜਦੋਂ ਆਪਣੇ ਆਪ ਨੂੰ ਪਰੰਪਰਾਵਾਦੀ ਵਾਦਾਂ ਤੋਂ ਵੱਖਰਾਉਂਦੇ ਹਨ। ਹੁਣ ਦੇਖੋ ਬੇਟਾ ਬਹੁਤ ਸਾਰੇ ਵਾਦ ਚੱਲੇ ਜਿਹੜੇ ਅਸੀਂ ਪਿੱਛੇ ਕਰ ਵੀ ਲਏ, ਮਾਰਕਸਵਾਦ, ਪ੍ਰਗਤੀਵਾਦ, ਰੋਮਾਂਸਵਾਦ। ਐਸੇ ਤਰ੍ਹਾਂ ਇੱਕ ਵਾਦ ਸੀਗਾ ਰੂਪਵਾਦ। ਰੂਪਵਾਦ ਵੀ ਜੋ ਹੈ ਨਾ ਸਟਰਕਚਰ ਨਾਲ ਹੀ ਸੰਬੰਧਿਤ ਹੈ। ਰੂਪਵਾਦੀ ਆਲੋਚਕ ਜਦੋਂ ਆਪਣੇ ਆਪ ਨੂੰ ਪਰੰਪਰਾਗਤ ਵਾਦਾਂ ਤੋਂ ਵੱਖਰਾ ਕਰਦੇ ਨੇ ਨਾ, ਕਿ ਰੂਪਵਾਦੀ ਆਪਣੇ ਆਪ ਨੂੰ ਇੰਝ ਸ਼ੋਅ ਕਰਦੇ ਨੇ ਕਿ ਅਸੀਂ ਤੇ ਦੂਜਿਆਂ ਨਾਲੋਂ ਵੱਖ ਹੈਗੇ ਹਾਂ, ਤਾਂ ਸੰਰਚਨਾਵਾਦ ਸ਼ਬਦ ਜੋ ਹੈ ਸਭ ਤੋਂ ਪਹਿਲਾਂ ਯੂਜ਼ ਕੀਤਾ ਗਿਆ। ਉਂਝ ਰੂਪਵਾਦ ਜੋ ਹੈ ਉਹ ਵੀ ਜੋ ਹੈ ਸਟਰਕਚਰਲਿਜ਼ਮ ਨਾਲ ਸੰਬੰਧਿਤ ਹੁੰਦਾ ਹੈ। ਅੱਗੇ ਦੇਖੋ, ਪੱਛਮ ਵਿੱਚ ਸੰਰਚਨਾਵਾਦ ਦਾ ਜਨਮ ਵੱਖ-ਵੱਖ ਸਮਾਜਿਕ ਵਿਗਿਆਨਾਂ ਦੀ ਇੱਕ ਵਿਸ਼ਾਲ ਲਹਿਰ ਦੇ ਰੂਪ ਵਿੱਚ ਹੋਇਆ। ਪੱਛਮ ਵਿੱਚ ਸੰਰਚਨਾਵਾਦ ਦਾ ਜੋ ਜਨਮ ਹੈ ਉਹ ਵੱਖ-ਵੱਖ ਸਮਾਜਿਕ ਵਿਗਿਆਨਾਂ ਦੀ ਇੱਕ ਵਿਸ਼ਾਲ ਲਹਿਰ ਦੇ ਰੂਪ ਵਿੱਚ ਹੋਇਆ, ਜਿਸ ਨੇ ਗਿਆਨ ਵਿਗਿਆਨ ਦੇ ਹੋਰ ਅਨੁਸ਼ਾਸਨਾਂ ਵਾਂਗ ਭਾਸ਼ਾ ਵਿਗਿਆਨ ਅਤੇ ਸਾਹਿਤ ਆਲੋਚਨਾ ਨੂੰ ਪ੍ਰਭਾਵਿਤ ਕੀਤਾ। ਜਿਸ ਤਰ੍ਹਾਂ ਪੱਛਮ ਦੇ ਵਿੱਚ ਬਹੁਤ ਸਾਰੇ ਵਾਦ ਚੱਲੇ, ਉਹਨਾਂ ਨੇ ਸਭ ਨੇ ਜੋ ਹੈ ਸਾਰੇ ਜਿਹੜੇ ਆਪਣੇ ਲਿਟਰੇਚਰ ਵਿੱਚ ਚੱਲਦੇ ਰਹੇ ਨਾ ਰੂਪ, ਚਾਹੇ ਉਹ ਨਾਵਲ ਹੈ, ਨਿੱਕੀ ਕਹਾਣੀ ਹੈ, ਨਾਟਕ ਹੈਗਾ, ਰੇਖਾ ਚਿੱਤਰ, ਕੋਈ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਮਤਲਬ ਕਿ ਮਾਰਕਸਵਾਦੀ ਢੰਗ ਨਾਲ ਵੀ ਲਿਖੇ ਗਏ, ਰੋਮਾਂਸਵਾਦੀ ਢੰਗ ਨਾਲ ਵੀ ਲਿਖੇ ਗਏ, ਰੂਪਵਾਦੀ ਕਲਾਸੀਕਲਵਾਦ, ਸਾਰੇ ਢੰਗਾਂ ਨਾਲ ਲਿਖੇ ਗਏ। ਇਹਨਾਂ ਨੇ ਜੋ ਹੈ ਇਸੇ ਤਰ੍ਹਾਂ ਗਿਆਨ ਵਿਗਿਆਨ ਅਤੇ ਹੋਰ ਅਨੁਸ਼ਾਸਨਾਂ ਵਾਂਗ ਭਾਸ਼ਾ ਵਿਗਿਆਨ ਅਤੇ ਸਾਹਿਤ ਦੀ ਆਲੋਚਨਾ ਨੂੰ ਵੀ ਪ੍ਰਭਾਵਿਤ ਕੀਤਾ। ਭਾਸ਼ਾ ਵਿਗਿਆਨ ਦੇ ਅਧਿਐਨ ਲਈ ਸੰਰਚਨਾਵਾਦੀ ਵਿਧੀ ਜੋ ਹੈ ਵਿਸ਼ੇਸ਼ ਤੌਰ 'ਤੇ ਸਹਾਈ ਹੋਈ, ਅਤੇ ਭਾਸ਼ਾ ਵਿਗਿਆਨਕ ਆਲੋਚਨਾ ਤੋਂ ਪ੍ਰਭਾਵਿਤ ਸਾਹਿਤ ਚਿੰਤਕਾਂ ਨੇ ਵੀ ਇਸ ਨੂੰ ਅਪਣਾਇਆ। ਤੇ ਭਾਸ਼ਾ ਵਿਗਿਆਨ, ਕਿਉਂਕਿ ਹੁਣ ਦੇਖੋ ਆਪਾਂ ਸਾਸੂਰ ਦੀ ਗੱਲ ਕੀਤੀ, ਭਾਸ਼ਾ ਵਿਗਿਆਨੀ ਹੈਗਾ ਉਹ, ਭਾਸ਼ਾ ਵਿਗਿਆਨਕ ਆਲੋਚਨਾ ਤੋਂ ਪ੍ਰਭਾਵਿਤ ਸਾਹਿਤ ਚਿੰਤਕਾਂ ਨੇ ਵੀ ਇਹਨੂੰ ਜੋ ਹੈ ਅਪਣਾਇਆ। ਇਸ ਤਰ੍ਹਾਂ ਸੰਰਚਨਾਵਾਦ ਨੂੰ ਵਿਗਿਆਨਿਕ
ਵਿਗਿਆਨ ਮੰਨਿਆ ਜਾਵੇ ਤਾਂ ਸਾਹਿਤ ਅਧਿਐਨ ਦੀ ਵਿਧੀ, ਇਹ ਜੋ ਹੈ ਮਤਲਬ ਕਿ ਇਹਨੂੰ ਗਲਤ ਨਹੀਂ ਕਿਹਾ ਜਾ ਸਕਦਾ, ਇੱਕ ਵਿਗਿਆਨ ਹੋ ਸਕਦਾ ਕਿਉਂਕਿ ਭਾਸ਼ਾ ਵਿਗਿਆਨੀ ਵੀ ਇਹਦਾ ਪੱਖ ਪੂਰਦੇ ਨੇ। ਇਹ ਪ੍ਰਸ਼ਨ ਅਜੋਕੇ ਸਾਹਿਤ ਚਿੰਤਨ ਵਿੱਚ ਸੰਵਾਦ ਦਾ ਕਾਰਨ ਬਣਦਾ ਹੈ ਕਿ ਇਹਨੂੰ ਸੰਰਚਨਾਵਾਦ ਨੂੰ ਵਿਗਿਆਨ ਮੰਨੀਏ ਜਾਂ ਇਹਨੂੰ ਜੋ ਹੈ ਸਾਹਿਤ ਅਧਿਐਨ ਦੀ ਵਿਧੀ ਮੰਨੀਏ। ਇਹ ਜੋ ਹੈ ਅੱਜ ਇੱਕ ਪ੍ਰਸ਼ਨ ਬਣਦਾ ਕਿਉਂਕਿ ਇਹਦਾ ਪੱਖ ਜੋ ਹੈ ਉਹ ਭਾਸ਼ਾ ਵਿਗਿਆਨੀ ਵੀ ਪੂਰਦੇ ਨੇ। ਪ੍ਰਮੁੱਖ ਪੱਛਮੀ ਚਿੰਤਕ ਕਿਹੜੇ ਕਿਹੜੇ? ਰੋਲਾ ਬਾਰਥ, ਯਕਲਾਕਾ, ਲੈਵੀ ਸਤਰਾਸ, ਯਕ ਦੇਰੀਦਾ, ਮਿਸ਼ੈਲ ਫੂਕੋ ਤੇ ਜੋਨਾਥਨ ਕੂਲਰਾਦ ਜਿਹੜੇ ਨੇ ਸਾਹਿਤ ਦੇ ਖੇਤਰ ਵਿੱਚ ਸੰਰਚਨਾਵਾਦੀ ਵਿਚਾਰਧਾਰਕਾਂ ਵਜੋਂ ਜਾਣੇ ਜਾਂਦੇ ਨੇ। ਸਾਹਿਤ ਦੇ ਖੇਤਰ ਵਿੱਚ ਸੰਰਚਨਾਵਾਦੀ ਪ੍ਰਣਾਲੀ ਨੂੰ ਰੋਮਨ ਜੈਕਬਸਨ ਨੇ ਲਾਗੂ ਕਰਵਾਇਆ। ਉਸ ਨੇ ਭਾਸ਼ਾ ਵਿਗਿਆਨ ਅਤੇ ਕਾਵਿ ਸ਼ਾਸਤਰ ਦੇ ਨਿਯਮਾਂ ਨੂੰ ਨਵੇਂ ਪਰਿਪੇਖ ਵਿੱਚ ਪਰਿਭਾਸ਼ਿਤ ਕੀਤਾ। ਕਿਹਨੂੰ? ਭਾਸ਼ਾ ਵਿਗਿਆਨ ਨੂੰ ਕਿਸ ਨੇ? ਰੋਮਨ ਜੈਕਬਸਨ ਨੇ। ਅਤੇ ਕਾਵਿ ਸ਼ਾਸਤਰ ਨੂੰ, ਪੋਇਟਿਕਸ ਨੂੰ ਨਵੇਂ ਪਰਿਪੇਖ ਵਿੱਚ ਪਰਿਭਾਸ਼ਿਤ ਕੀਤਾ। ਅਤੇ ਧੁਨੀ ਕੀ ਹੁੰਦਾ? ਇੱਕ ਆਵਾਜ਼, ਇੱਕ ਸਾਊਂਡ। ਧੁਨੀ ਦੇ ਕਾਵਿਕ ਸੰਦਰਭਾਂ ਦਾ ਗੰਭੀਰ ਅਧਿਐਨ ਪੇਸ਼ ਕੀਤਾ। ਹੁਣ ਧੁਨੀ ਜੋ ਵਰਡ ਹੈ ਨਾ, ਧੁਨੀਆਂ ਕੀ ਹੁੰਦੀਆਂ ਨੇ ਸਾਡੀਆਂ? ਊੜਾ ਈੜੀ ਸੱਸਾ ਸਾਰੀਆਂ ਸਾਡੀਆਂ ਧੁਨੀਆਂ ਨੇ। ਇਹਨਾਂ ਨੂੰ ਧੁਨੀਆਂ ਕਿਹਾ ਜਾਂਦਾ ਜਦੋਂ ਇਹਨਾਂ ਰਾਹੀਂ ਕੋਈ ਆਵਾਜ਼ ਪਹਿਲਾਂ ਤਾਂ ਇਹ ਦੇਖੋ ਚਿੰਨ੍ਹ ਹੁੰਦੇ ਨੇ ਬੇਟਾ, ਜਦ ਤੱਕ ਅਸੀਂ ਇਹਨਾਂ ਨੂੰ ਬੋਲ ਨਹੀਂ ਰਹੇ, ਸਿਰਫ ਇਹ ਚਿੰਨ੍ਹ ਨੇ। ਜਦੋਂ ਤੁਸੀਂ ਇਹਨਾਂ ਨੂੰ ਆਵਾਜ਼ ਦਿੱਤੀ ਨਾ, ਧੁਨੀ ਦਿੱਤੀ, ਫਿਰ ਇਹ ਧੁਨੀ ਹੈਗੇ ਨੇ। ਆਵਾਜ਼ ਦਿੱਤੀ ਜਦੋਂ ਤੁਸੀਂ। ਪੱਛਮੀ ਵਿਦਵਾਨ ਜਿਹੜੇ ਨੇ ਉਹ ਸੰਰਚਨਾਵਾਦੀ ਵਿਧੀ ਦੇ 4 ਬੁਨਿਆਦੀ ਕਾਰਜ ਮੰਨਦੇ ਨੇ। ਸੁਚੇਤ ਵਰਤਾਰੇ ਤੋਂ ਅਚੇਤ ਦੀ ਤਲਾਸ਼, ਠੀਕ ਹੈ ਨਾ। ਸੁਚੇਤ ਵਰਤਾਰੇ ਤੋਂ ਜੋ ਦਿਸ ਰਿਹਾ ਉਹਦੇ ਤੋਂ ਅਚੇਤ ਵੱਲ ਜਾਣਾ। ਵਿਭਿੰਨ ਇਕਾਈਆਂ ਦੇ ਸੰਬੰਧਾਂ ਦੀ ਸਮਝ, ਜਿਹੜੀਆਂ ਵੱਖ-ਵੱਖ ਇਕਾਈਆਂ ਹੁੰਦੀਆਂ ਨੇ ਸਾਹਿਤ ਦੇ ਖੇਤਰ ਵਿੱਚ, ਉਹਨਾਂ ਦੇ ਸੰਬੰਧਾਂ ਦੀ ਸਮਝ, ਨਾ ਕਿ ਸੁਤੰਤਰ ਵਜੂਦਾਂ ਦੀ ਸਮਝ, ਨਾ ਕਿ ਉਹਨਾਂ ਦੇ ਸੁਤੰਤਰ ਜਿਹੜਾ ਉਹਦਾ ਆਪਣਾ ਕੀ ਵਜੂਦ ਹੈ ਉਹਦੀ ਸਮਝ। ਚੌਥਾ ਜੋ ਹੈ ਉਹ ਹੈ ਸਿਸਟਮ ਦਾ ਸੰਕਲਪ। ਅਤੇ ਪੰਜਵਾਂ ਹੈ ਸਮਾਨਾਰਥਕ ਨੇਮਾਂ ਦੀ ਖੋਜ। ਸਾਰਿਆਂ 'ਚ ਜਿਹੜੇ ਨੇ ਮਿਕਸ ਗੱਲਾਂ ਕਿਹੜੀਆਂ ਨੇ ਉਹਨਾਂ ਦੀ ਖੋਜ। ਪੱਛਮੀ ਵਿਦਵਾਨ ਜਿਹੜੇ ਨੇ ਉਹ ਮੰਨਦੇ ਨੇ ਇਹਦੇ 4 ਕਾਰਜ ਹੈ। ਅਤੇ ਇਹਨਾਂ ਬੁਨਿਆਦੀ ਕਾਰਜਾਂ ਦੇ ਆਧਾਰ 'ਤੇ ਸੰਰਚਨਾਵਾਦ ਨੂੰ ਇੱਕ ਡਿਸਕਵਰੀ ਪ੍ਰੋਸੀਡਿਊਸ ਮੰਨਿਆ ਜਾਂਦਾ ਹੈ। ਇਹਨਾਂ ਕਾਰਜਾਂ ਦੇ ਆਧਾਰ 'ਤੇ ਸਮੁੱਚੇ ਪ੍ਰਬੰਧਾਂ ਨੂੰ ਕਿਸੇ ਇਕਾਈ ਦੇ ਤੱਤਾਂ, ਇਕਾਈ ਕੋਈ ਵੀ ਸਾਹਿਤਕ ਇਕਾਈ, ਚਾਹੇ ਉਹ ਨਾਵਲ ਹੈ, ਚਾਹੇ ਉਹ ਨਾਟਕ ਹੈ, ਚਾਹੇ ਉਹ ਕਿੱਸਾ ਹੈ, ਕੁਝ ਵੀ ਸਾਹਿਤਕ ਇਕਾਈ ਦੇ ਤੱਤਾਂ, ਉਹਦੇ ਸੰਬੰਧਾਂ ਅਤੇ ਨੇਮਾਂ ਦੀ ਖੋਜ ਲਈ ਵਰਤਿਆ ਜਾਂਦਾ ਹੈ। ਸਮੁੱਚਾ ਜਿਹੜਾ ਸੰਚਾਰ ਪ੍ਰਬੰਧ ਹੈ ਉਹਨੂੰ ਜੋ ਹੈ ਕੋਈ ਵੀ ਇਕਾਈ, ਚਾਹੇ ਉਹ ਨਾਵਲ ਹੈ, ਚਾਹੇ ਨਿੱਕੀ ਕਹਾਣੀ ਹੈ, ਚਾਹੇ ਨਾਟਕ ਹੈ, ਉਹਦੇ ਤੱਤਾਂ, ਉਹਦੇ ਸੰਬੰਧਾਂ ਅਤੇ ਨੇਮਾਂ ਦੀ ਖੋਜ ਲਈ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਲਈ ਇੱਕ ਸਿਸਟਮ ਤਿਆਰ ਕਰਦਾ ਹੈ ਸੰਰਚਨਾਵਾਦ। ਸੰਰਚਨਾਵਾਦ ਕੀ ਕਰਦਾ ਹੈ? ਭਾਸ਼ਾ ਵਿਗਿਆਨ ਲਈ ਇੱਕ ਸਿਸਟਮ ਤਿਆਰ ਕਰਦਾ ਹੈ। ਸੰਰਚਨਾਵਾਦ ਗਿਆਨ ਜਾਂ ਸੱਚ ਪ੍ਰਤੀ ਰੁਚਿਤ ਨਹੀਂ। ਇਹਦਾ ਸੰਰਚਨਾਵਾਦੀਆਂ ਦਾ ਮਕਸਦ ਜੋ ਹੈ ਉਹ ਗਿਆਨ ਨਾਲ ਸੰਬੰਧਿਤ ਨਹੀਂ ਅਤੇ ਨਾ ਹੀ ਕਿਸੇ ਸੱਚ ਨਾਲ ਸੰਬੰਧਿਤ ਹੈ, ਸਗੋਂ ਅਰਥ ਉਤਪਾਦਨ ਦੀਆਂ ਸ਼ਰਤਾਂ ਪ੍ਰਤੀ ਰੁਚਿਤ ਹੈ ਕਿ ਕਿੰਨਾ ਕੁ ਵਧੀਆ ਤਰੀਕੇ ਨਾਲ ਤੁਸੀਂ ਤੁਹਾਡੇ ਲਿਖਤ ਦੇ ਜਿਹੜੇ ਨੇ ਅਰਥ ਨੇ ਉਹ ਲੋਕਾਂ ਤੱਕ ਪਹੁੰਚ ਰਹੇ ਨੇ। ਜਿਵੇਂ ਪਾਠ, ਪਰਾਪਾਠ, ਭਾਸ਼ਾ, ਪਰਾਭਾਸ਼ਾ, ਆਲੋਚਨਾ, ਪਰਾ ਆਲੋਚਨਾ ਆਦਿ ਸਮਾਨਾਰਥਕ ਨਿਯਮਾਂ ਦੀ ਇਹ ਖੋਜ ਕਰਦੇ ਨੇ। ਹੁਣ ਲਾਸਟ ਵਿੱਚੋਂ ਦੇਖ ਲਈਏ, ਸੰਰਚਨਾਵਾਦ ਦੇ ਅੰਤਰਗਤ ਬਹੁਤ ਸਾਰੇ ਵਿਪਰੀਤ ਰੁਝਾਨ ਜਿਹੜੇ ਨੇ ਨਾ ਜਿਵੇਂ ਉਹ ਸਾਹਮਣੇ ਆਏ ਅਤੇ ਇਸ ਨੂੰ ਇੱਕ ਵਿਧੀ, ਵਿਗਿਆਨ ਜਾਂ ਵਿਚਾਰਧਾਰਾ ਸਵੀਕਾਰ ਕਰਨਾ ਜੋ ਹੈ ਅਸੰਭਵ ਹੈ। ਸੰਰਚਨਾਵਾਦ ਨੂੰ ਕੁਝ ਵਿਦਵਾਨ ਇਸ ਨੂੰ ਜੋ ਹੈ ਸੰਵਾਦ ਦਾ ਅੰਗ, ਇਹਨੂੰ ਰੂਪਵਾਦ ਦਾ ਅੰਗ ਮੰਨਦੇ ਨੇ ਕਿਉਂਕਿ ਉਹ ਵੀ ਸਟਰਕਚਰਲਿਜ਼ਮ ਨਾਲ ਸੰਬੰਧਿਤ ਹੁੰਦਾ ਹੈ ਰੂਪਵਾਦ, ਅਤੇ ਇਸ ਕਰਕੇ ਕੁਝ ਵਿਦਵਾਨ ਜੋ ਹੈ ਇਹਨੂੰ ਰੂਪਵਾਦ ਦਾ ਹੀ ਅੰਗ ਮੰਨਦੇ ਨੇ ਅਤੇ ਕੁਝ ਮਾਰਕਸਵਾਦ ਦਾ ਪ੍ਰਤੀਰੂਪ ਮੰਨਦੇ ਨੇ। ਕੀ ਮੰਨਦੇ ਨੇ? ਮਾਰਕਸਵਾਦ ਦਾ ਪ੍ਰਤੀਰੂਪ। ਅਤੇ ਇੱਕ ਵਿਦਵਾਨ ਫਿਲਿਪ ਇਸ ਨੂੰ ਸਿਰਫ ਕਲਾ ਦੇ ਖੇਤਰ ਤੱਕ ਹੀ ਸੀਮਿਤ ਮੰਨਦਾ ਹੈ। ਇੱਕ ਵਿਦਵਾਨ ਹੈ ਫਿਲਿਪ, ਉਹ ਕੀ ਮੰਨਦਾ ਹੈ ਕਿ ਇਹ ਜੋ ਹੈ ਸੰਰਚਨਾਵਾਦ ਜੋ ਹੈ ਸਿਰਫ ਕਲਾ ਦੇ ਖੇਤਰ ਤੱਕ ਸੀਮਿਤ ਹੈ। ਠੀਕ ਹੈ ਬੇਟਾ, ਇਹਨੂੰ ਤੁਸੀਂ ਆਪਣੀ ਕਾਪੀ 'ਤੇ ਲਿਖ ਲੈਣਾ ਅਤੇ ਇਸ ਤੋਂ ਬਾਅਦ ਕੋਈ ਹੋਰ ਨਵਾਂ ਵਾਦ ਲੈ ਕੇ ਅਗਲੀ ਵੀਡੀਓ ਬਣਾਵਾਂਗੇ। ਓਕੇ, ਥੈਂਕ ਯੂ।